ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ, ਚੜ੍ਹਦੀ ਕਲਾ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਸਾਡੇ ਨਾਲ ਅੱਜ ਫਿਰ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ, ਦਸ਼ਮੇਸ਼ ਗੁਰਮਤਿ ਵਿਦਿਆਲੇ ਪਾਲਾ ਸਾਹਿਬ, ਨਵੀਂ ਦਿੱਲੀ ਤੋਂ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਨਵਾਂ ਸਵਾਲ ਲੈ ਕੇ ਆਏ ਹਾਂ, ਆਪ ਜੀ ਨਾਲ ਉਹ ਸਾਂਝਾ ਕਰਾਂਗੇ। ਅੱਜ ਦਾ ਜੋ ਸਾਡਾ ਸਵਾਲ ਹੈ ਕਿ ਜਦੋਂ ਜੋ ਪ੍ਰਾਣੀ ਹੈ ਉਹ ਚੜ੍ਹਾਈ ਕਰ ਜਾਏ ਤੇ ਅਸੀਂ ਉਸ ਦੀ ਦੇਹ ਦੀ ਕਿਸ ਤਰ੍ਹਾਂ ਸੰਭਾਲ ਕਰਨੀ ਹੈ ਤੇ ਪਰਮਾਤਮਾ ਅੱਗੇ ਕਿਸ ਤਰ੍ਹਾਂ ਅਸੀਂ ਅਰਦਾਸ ਕਰਨੀ ਹੈ ਕਿ ਜੋ ਉਸਦੀ ਗਿਆ ਹੋਇਆ ਵਿਛੜਿਆ ਹੋਇਆ ਜਿਹੜਾ ਪ੍ਰਾਣੀ ਹੈ, ਉਸ ਦੀ ਜੋ ਵਿਛੜੀ ਹੋਈ ਆਤਮਾ ਹੈ, ਉਸ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ। ਉਸ ਦਾ ਕੀ ਢੰਗ ਹੈ? ਤੇ ਆਪ ਜੀ ਨਾਲ ਅਸੀਂ ਇਹ ਜਿਹੜਾ ਵਿਸ਼ੇ ਦੇ ਉੱਤੇ ਜ਼ਰੂਰ ਚਾਹਾਂਗੇ ਕਿ ਆਪ ਇਸ ਤੇ ਰੋਸ਼ਨੀ ਪਾਓ। ਰਹਿਤ ਮਰਿਆਦਾ ਦੇ ਅਨੁਸਾਰ ਸਾਨੂੰ ਸਮਝਾਓ ਕਿ ਰਹਿਤ ਮਰਿਆਦਾ ਦੇ ਅਨੁਸਾਰ ਅਸੀਂ ਇਹ ਵਿਧੀ ਕਿਸ ਤਰ੍ਹਾਂ ਨਿਭਾਣੀ ਹੈ। ਗੁਰੂ ਪਿਆਰਿਓ, ਜਿਵੇਂ ਆਪ ਜੀ ਨੇ ਗੱਲ ਕੀਤੀ ਹੈ ਕਿ ਜਦੋਂ ਪ੍ਰਾਣੀ ਅਕਾਲ ਚਲਾਣਾ ਕਰ ਜਾਏ ਉਹਦੀ ਕੀ ਮਰਿਆਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅਕਾਲ ਪੁਰਖ ਪਰਮੇਸ਼ਰ ਜੀ ਦੇ ਬਾਣੀ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੀ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਸਦੇ ਹੁਕਮ ਦੇ ਵਿੱਚ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਉਸਦੇ ਹੁਕਮ ਦੇ ਵਿੱਚ ਹੀ ਇਸ ਸੰਸਾਰ ਤੋਂ ਜੀਵ ਜਿਹੜਾ ਹੈ ਉਹ ਜਾਂਦਾ ਹੈਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੋਰ ਨਾ ਜੀਵਨ ਮਰਨ ਨਾ ਜੋਰ। ਪਾਤਸ਼ਾਹ ਕਹਿੰਦੇ ਨੇ, ਜਿੱਥੇ ਜਨਮ ਤੇ ਜ਼ੋਰ ਨਹੀਂ ਹੈ ਉੱਥੇ ਮਰਨ ਤੇ ਵੀ ਮਨੁੱਖ ਦਾ ਜ਼ੋਰ ਨਹੀਂ ਚੱਲਦਾ, ਨਾ ਜੰਮਣ ਤੇ ਨਾ ਮਰਨ ਤੇ, ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਸਦੇ ਹੁਕਮ ਦੇ ਵਿੱਚ ਹੈ। ਸੋ ਮ੍ਰਿਤਕ ਸੰਸਕਾਰ ਦੇ ਸੰਬੰਧ ਵਿੱਚ ਵੀ ਕੁਝ ਨਿਯਮ ਬਣਾਏ ਨੇ। ਦੇਖਿਆ ਇਹ ਜਾਂਦਾ ਸੀ ਕਿ ਬਹੁਤ ਸਾਰੇ ਲੋਕ ਸਨਾਤਨ ਮਤ ਦੀ ਤਰ੍ਹਾਂ ਬਹੁਤ ਸਾਰੇ ਕਰਮ ਕਾਂਡ ਮ੍ਰਿਤਕ ਸੰਸਕਾਰ ਵੇਲੇ ਵੀ ਕਰਦੇ ਚਲੇ ਆ ਰਹੇ ਸੀ। ਗੁਰੂ ਪੰਥ ਨੇ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਕਿ ਇਹ ਰਹਿਤ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ। ਇਸ ਦੇ ਵਿੱਚ ਜੋ ਤੀਜਾ ਸੰਸਕਾਰ ਹੈ ਉਹ ਮ੍ਰਿਤਕ ਸੰਸਕਾਰ ਲਿਖਿਆ ਹੋਇਆ ਹੈ। ਵੈਸੇ ਤਾਂ ਆਮ ਜ਼ਿੰਦਗੀ ਦੇ ਵਿੱਚ ਜੋ ਸੰਸਕਾਰ ਹੈ ਉਹ ਪਹਿਲਾਂ ਜਨਮ ਸੰਸਕਾਰ, ਫਿਰ ਅੰਮ੍ਰਿਤ ਸੰਸਕਾਰ, ਫਿਰ ਆਨੰਦ ਸੰਸਕਾਰ, ਫਿਰ ਮ੍ਰਿਤਕ ਸੰਸਕਾਰ। ਪਰ ਅਸੀਂ ਦੇਖ ਰਹੇ ਹਾਂ ਵੀ ਸ਼ਖਸੀ ਤੇ ਪੰਥਕ ਰਹਿਣੀ ਦੋ ਪ੍ਰਕਾਰ ਦਾ ਜੀਵਨ ਜਿਹੜਾ ਉਹ ਮਨੁੱਖ ਰਹਿਤ ਮਰਿਆਦਾ ਮੁਤਾਬਕ ਜੀਵਦਾ ਹੈ। ਸੋ ਅਸੀਂ ਪਹਿਲਾਂ ਸ਼ਖਸੀ ਰਹਿਣੀ ਦੇ ਜਿਹੜੇ ਨੇ ਸੰਸਕਾਰ ਉਹਨਾਂ ਨੂੰ ਵਿਚਾਰ ਰਹੇ ਹਾਂ। ਜੋ ਪੰਥਕ ਰਹਿਣੀ ਦੇ ਪੁਆਇੰਟ ਹੈਗੇ ਆ ਉਹਨਾਂ ਨੂੰ ਬਾਅਦ ਵਿੱਚ ਵਿਚਾਰਾਂਗੇ। ਤੇ ਇਹ ਵੀ ਮਨੁੱਖ ਦੀ ਪਰਸਨਲ ਲਾਈਫ ਨਾਲ ਜੁੜਿਆ ਹੋਇਆ ਸ਼ਖਸੀ ਰਹਿਣੀ ਦਾ ਪਾਰਟ ਹੈਗਾ। ਇਸ ਕਰਕੇ ਮ੍ਰਿਤਕ ਸੰਸਕਾਰ ਦੇ ਸੰਬੰਧ ਦੇ ਵਿੱਚ ਜੋ ਇਹਦੇ ਵਿੱਚ ਪੁਆਇੰਟ ਦਿੱਤੇ ਨੇ ਰਹਿਤ ਮਰਿਆਦਾ ਵਿੱਚ, ਉਹ ਇਹ ਨੇ। ਊੜਾ ਭਾਗ ਹੈ, ਪ੍ਰਾਣੀ ਨੂੰ ਮਰਨ ਵੇਲੇ ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ। ਦੀਵਾ ਵੱਟੀ ਗਊ ਮਨਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ। ਠੀਕ ਹੈ ਜੀ, ਬਿਲਕੁਲ ਸਾਫ਼ ਲਿਖਿਆ। ਇਹਦੇ ਵਿੱਚ ਤਿੰਨ ਗੱਲਾਂ ਨੇ। ਨੰਬਰ 1, ਮਰਨ ਵੇਲੇ ਮੰਜੇ ਤੇ ਨਹੀਂ ਉਤਾਰਨਾ। ਮਰਨ ਤੋਂ ਬਾਅਦ ਨਹੀਂ, ਮਰਨ ਵੇਲੇ। ਪਰਿਵਾਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਆਮ ਕਰਕੇ ਵੀ ਅੰਤਿਮ ਸਵਾਸਾਂ ਤੇ ਵਿਅਕਤੀ ਹੈਗਾ। ਤੇ ਕਈ ਵਾਰ ਕੀ ਹੁੰਦਾ, ਜਦੋਂ ਅੰਤਿਮ ਪੜਾਅ ਦੇ ਵਿੱਚ ਬੰਦਾ ਨਿਕਲ ਰਿਹਾ ਹੁੰਦਾ ਹੈ ਤੇ ਪਰਿਵਾਰ ਵਾਲੇ ਫਟਾਫਟ ਨੂੰ ਮੰਜੇ ਤੋਂ ਥੱਲੇ ਲੇਪਣ ਕਰਕੇ ਦੱਬ ਵਿਛਾ ਕੇ ਘਾਹ ਉਹ ਥੱਲੇ ਲਿਟਾ ਦਿੰਦੇ ਸੀਗੇ। ਸੋ ਐਸਾ ਇਸ ਕਰਕੇ ਕਰਦੇ ਸੀ, ਜੇ ਇਹ ਬੰਦਾ ਮੰਜੇ ਤੇ ਪ੍ਰਾਣ ਤਿਆਗ ਗਿਆ ਤਾਂ ਇਹ ਸਦਗਤੀ ਨੂੰ ਪ੍ਰਾਪਤ ਨਹੀਂ ਹੋਏਗਾ, ਨੰਬਰ 1। ਨੰਬਰ 2, ਇਹ ਮੰਜਾ ਵਰਤਣ ਯੋਗ ਨਹੀਂ ਹੋਏਗਾ। ਇਹ ਵਹਿਮੀ ਲੋਕਾਂ ਦਾ ਵਹਿਮ ਸੀਗਾ। ਸੋ ਸਿੱਖ ਪਰਿਵਾਰਾਂ ਵਿੱਚ ਅਜਿਹਾ ਨਹੀਂ ਕਿ ਮਰਨ ਵੇਲੇ ਉਹਨੂੰ ਮੰਜੇ ਤੋਂ ਨਹੀਂ ਉਤਾਰਨਾ। ਜਦੋਂ ਉਹਦੇ ਸਵਾਸ ਪੂਰੇ ਹੋ ਗਏ ਫਿਰ ਤੁਸੀਂ ਉਹਨੂੰ ਮੰਜੇ ਤੋਂ ਉਤਾਰ ਕੇ ਇਸ਼ਨਾਨ ਕਰਾ ਕੇ ਫੱਟੇ ਉੱਤੇ ਪਾ ਕੇ ਫਿਰ ਲੈ ਕੇ ਜਾਣਾ ਹੈ। ਠੀਕ ਹੈ। ਨੰਬਰ 2,
ਕਿ ਦੀਵਾ ਵੱਟੀ ਗਊ ਮਨਸਾਉਣਾ, ਕੁਝ ਦਿਨ ਤੱਕ ਜਿਸ ਥਾਂ ਤੇ ਪ੍ਰਾਣੀ ਨੇ, ਜਿਸ ਕਮਰੇ ਵਿੱਚ, ਜਿਸ ਥਾਂ ਤੇ ਅਕਾਲ ਚਲਾਣਾ ਕੀਤਾ ਹੈਗਾ, ਦੇਹ ਤਿਆਗੀ ਹੈ, ਉੱਥੇ ਦੀਵਾ ਜਗਾਇਆ ਜਾਂਦਾ ਸੀ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਵੀ ਇੱਕ ਇਹੋ ਜਿਹਾ ਮਾਰਗ ਪਏਗਾ ਜਿੱਥੇ ਹਨੇਰਾ ਹੀ ਹਨੇਰਾ, ਇਹ ਦੀਵਾ ਉੱਥੇ ਚਾਨਣ ਬਖਸ਼ਿਸ਼ ਕਰੇਗਾ। ਸੋ ਇਹ ਬਿਲਕੁਲ ਹੀ ਮਨਮਤੀ ਕਰਮ ਕਾਂਡ ਹੈਗਾ। ਇਹ ਗਊ ਮਨਸਾਉਣਾ, ਇੱਕ ਗਊ ਦਾਨ ਕਰ ਦੇਣੀ, ਕਿ ਵੀ ਦੁੱਤਰ ਨਦੀ ਪਏਗੀ, 360 ਦਿਨ ਉਹਨੂੰ ਤਰਨ ਵਿੱਚ ਲੱਗਣਗੇ, 360-65 ਦਿਨ ਦੇ ਵਿੱਚ ਬੰਦਾ ਉਹਦੀ ਪੂਛ ਫੜ ਕੇ ਤਰੇਗਾ। ਉਹ ਬੜੀ ਭਿਆਨਕ ਨਦੀ ਹੈ, ਖੂਨ ਮਿੱਝ ਨਾਲ ਭਰੀ ਪਈ ਹੈ। ਐਸਾ ਬ੍ਰਾਹਮਣਾਂ ਦੀਆਂ ਇਹ ਚਾਲਾਂ ਹੈਗੀਆਂ ਨੇ, ਹੋਰ ਕੁਛ ਵੀ ਨਹੀਂ ਹੈਗਾ। ਸੋ ਇਹ ਵੀ ਸਾਨੂੰ ਜਿਹੜਾ ਮਨਮਤੀ ਕਰਮ ਕਾਂਡ ਕਰਨ ਤੋਂ ਮਨਾ ਕੀਤਾ ਗਿਆ ਹੈਗਾ। ਤੀਜਾ ਹੈ, ਕਰਨਾ ਕੀ ਹੈ? ਗੁਰਬਾਣੀ ਦਾ ਪਾਠ ਪੜ੍ਹਨਾ ਹੈਗਾ ਹੈ। ਗੁਰਬਾਣੀ ਮਨ ਨੂੰ ਧਾਰਸ ਦਿੰਦੀ ਹੈ। ਗੁਰਬਾਣੀ ਮਨ ਨੂੰ ਇਹ ਦੱਸਦੀ ਹੈ ਕਿ ਭਾਈ ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਏ। ਗੁਰਬਾਣੀ ਇਹ ਦੱਸਦੀ ਹੈ ਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰਿ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਸੱਚਾਈ ਤੋਂ ਵਾਕਿਫ ਕਰਨ ਦੀ, ਜਦੋਂ ਬੰਦੇ ਨੂੰ ਸੱਚਾਈ ਤੋਂ ਜਾਣੂ ਹੋ ਗਿਆ, ਫਿਰ ਉਹਨੂੰ ਜਿਹੜਾ ਆਪਣਾ ਦੁੱਖ ਹੌਲਾ ਪ੍ਰਤੀਤ ਹੁੰਦਾ ਹੈ ਵੀ ਇਹ ਮੇਰੇ ਨਾਲ ਨਹੀਂ ਹੈ, ਇਹ ਤਾਂ ਸਾਰੇ ਸੰਸਾਰ ਦੇ ਨਾਲ ਹੀ ਹੈਗਾ। ਤੇ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਕਰਨਾ ਹੈ, ਉਹਦੀ ਰਜ਼ਾ ਵਿੱਚ ਰਹਿਣਾ ਹੈ। ਠੀਕ ਹੈ ਜੀ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ, ਚੂਕਾ ਜਮਸੋ ਮਿਲ। ਇਹ ਆਪਾਂ ਗੱਲਾਂ ਪਿੱਛੇ ਵਿਚਾਰ ਆਏ ਹਾਂ ਗੁਰਮਤਿ ਰਹਿਣੀ ਦੇ ਵਿੱਚ, ਕਿ ਗੁਰੂ ਸਾਹਿਬ ਜੀ ਨੇ ਕੋਈ ਇਹੋ ਜਿਹੇ ਮਿੱਟੀ ਦੇ ਦੀਵੇ ਜਾਂ ਆਟੇ ਦੇ ਦੀਵੇ ਬਣਾ ਕੇ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਚਾਨਣ ਦੇਣ ਵਾਸਤੇ ਇਹਨਾਂ ਸਾਰੇ ਭਰਮਜਾਲ ਨੂੰ ਕੱਟ ਦਿੱਤਾ ਹੈ। ਕੇਵਲ ਗੁਰੂ ਸਾਹਿਬ ਜੀ ਨੇ ਇੱਕੋ ਗੱਲ ਕਹੀ ਹੈ ਕਿ ਮੇਰੇ ਕੋਲ ਤਾਂ ਜਿਹੜਾ ਦੀਵਾ ਹੈ ਉਹ ਨਾਮ ਦਾ ਦੀਵਾ ਹੈਗਾ, ਦੁੱਖ ਰੂਪੀ ਤੇਲ ਉਹਦੇ 'ਚ ਪਾ ਦਿੱਤਾ ਹੈਗਾ, ਤੇ ਉਸ ਨੇ ਜਿਹੜਾ ਸਾਰੇ ਦੁੱਖ ਰੂਪੀ ਤੇਲ ਪੀ ਲਿਆ ਹੈਗਾ। ਸੋ ਇਸ ਤੋਂ ਅੱਗੇ ਜਦੋਂ ਅਸੀਂ ਵੱਧਦੇ ਹਾਂ, ਐੜਾ ਪੁਆਇੰਟ ਹੈਗਾ, ਉਹਦੇ ਵਿੱਚ ਹੈ ਪ੍ਰਾਣੀ ਦੇ ਦੇਹ ਤਿਆਗਣ ਤੇ ਤਾਹਾਂ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ। ਕਈ ਲੋਕ ਕੀ ਕਰਦੇ ਨੇ, ਜਦੋਂ ਪ੍ਰਾਣੀ ਚੜਾਈ ਕਰ ਗਿਆ ਉਹਦੇ ਲਾਗੇ ਉੱਚੀ ਉੱਚੀ ਧਾਹਾਂ ਮਾਰਦੇ, ਉੱਚੀ ਉੱਚੀ ਰੋਂਦੇ। ਉਹ ਜਿਹੜਾ ਰੋਣਾ ਹੈ ਨਾ, ਗੁਰਬਾਣੀ ਨੇ ਉਹ ਲਿਖਿਆ ਵੀ ਵਾਲੇ ਵੇ ਕਾਰਨ ਬਾਬਾ ਰੋਈ ਹੈ। ਉਹ ਜਿਹੜਾ ਇਹਦਾ ਸਪਸ਼ਟ ਕਰ ਦਿੱਤਾ ਗੁਰਬਾਣੀ ਨੇ ਵੀ ਇਸ ਪ੍ਰਾਣੀ ਤੋਂ ਮੈਨੂੰ ਇਹ ਫਾਇਦਾ ਸੀ, ਬਸ ਇਸ ਕਰਕੇ ਇੱਕ ਤਾਂ ਧਾਹਾਂ ਮਾਰ ਰਹੇ। ਦੂਜਾ ਇਹ ਹੈ ਕਿ ਇਹ ਵੀ ਸਨਾਤਨ ਮਤ ਦਾ ਹੈਗਾ ਕਿ ਜੇ ਅਸੀਂ ਉੱਚੀ ਉੱਚੀ ਧਾਹਾਂ ਮਾਰਾਂਗੇ ਤਾਂ ਇਹਦੀ ਜਿਹੜੀ ਆਤਮਾ ਹੈ ਉਹ ਇੱਥੇ ਪ੍ਰੇਤ ਬਣ ਕੇ ਨਹੀਂ ਭਟਕੇਗੀ, ਉਹ ਦੌੜ ਜਾਏਗੀ ਸਾਡੇ ਕੋਲ। ਸੋ ਇਸ ਕਰਕੇ ਵੀ ਲੋਕ ਸਿਆਪਾ ਕਰਦੇ ਨੇ, ਪਿੱਟਦੇ ਨੇ ਤੇ ਰੋਲਾ ਪਾਉਂਦੇ ਨੇ, ਬੜਾ ਉੱਚੀ ਉੱਚੀ ਧਾਹਾਂ ਮਾਰਦੇ ਨੇ। ਗੁਰਬਾਣੀ ਨੇ ਤਾਂ ਇੱਕੋ ਗੱਲ ਕਹੀ ਹੈ ਕਿ ਵਾਹਿਗੁਰੂ ਜੀ ਦੀ ਰਜ਼ਾ ਨੂੰ ਖੇੜੇ ਮੱਥੇ ਪ੍ਰਵਾਨ ਕਰੋ ਤੇ ਵਾਹਿਗੁਰੂ ਜੀ ਦੀ ਗੁਰਬਾਣੀ ਦਾ ਪਾਠ, ਅਕਾਲੀ ਬਾਣੀ ਦਾ ਪਾਠ, ਵਾਹਿਗੁਰੂ ਦਾ ਸਿਮਰਨ ਕਰੋ ਔਰ ਇਹ ਮਹਿਸੂਸ ਕਰੋ ਕਿ ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ, ਜਿੱਥੇ ਬੈ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ, ਰੋਵਣ ਵਾਲੇ ਜੇਤੜੇ ਸਭੰਨੇ ਪੰਡ ਪਰਾਲ, ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ, ਤੁਮ ਕੋ ਕੌਣ ਰੋਈ। ਬੜਾ ਸਪਸ਼ਟ ਸੰਦੇਸ਼ ਹੈ ਬਾਣੀ ਦਾ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਰਾਮਕਲੀ ਸਤ। ਦੇਖੋ ਕਿ ਗੁਰੂ ਅਮਰਦਾਸ ਜੀ ਆਪਣੀ ਪਰਿਵਾਰ ਨੂੰ ਕੋਲ ਬਿਠਾ ਕੇ ਅੰਤਿਮ ਸਮੇਂ ਵਿੱਚ ਉਹ ਹੁਕਮ ਕਰਦੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਸਾਰੇ ਪੁੱਤ ਪੋਤਰੇ ਪੜਪੋਤਰਿਆਂ ਵਾਲੇ ਸੀ ਗੁਰੂ ਅਮਰਦਾਸ ਮਹਾਰਾਜ। ਜਿਹੜੀ ਰਾਮਕਲੀ ਸਦ ਲਿਖੀ ਹੈ ਨਾ, ਸਦ ਬਾਣੀ ਰਾਮਕਲੀ ਰਾਗ ਵਿੱਚ, ਉਹ ਬਾਬਾ ਸੁੰਦਰ ਜੀ ਨੇ ਲਿਖੀ ਹੈ, ਪੜਪੋਤੇ ਨੇ ਲਿਖੀ। ਹੁਣ ਪੜਪੋਤਿਆਂ ਵਾਲੇ ਕੋਲ ਗੁਰੂ ਸਾਹਿਬ ਜੀ ਔਰ ਸਭ ਨੂੰ ਬੁਲਾਉਂਦੇ, ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਵਸੀ, ਸੋ ਮੈਂ ਮੂਲ ਨਾ ਪਾਇਆ। ਪਾਤਸ਼ਾਹ ਕਹਿੰਦੇ ਮੇਰੇ ਪਿੱਛੋਂ ਮੇਰੇ ਬੇਟਾ ਜੀ ਤੁਸੀਂ ਰੋਣਾ ਨਹੀਂ, ਮੈਨੂੰ ਨਹੀਂ ਇਹ ਪਾਉਂਦਾ। ਤੇ ਕੀ ਕਰਨਾ ਹੈ? ਪਾਤਸ਼ਾਹ ਕਹਿੰਦੇ ਨੇ ਕਿ ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕੇਸਾਂ ਵਾਲੇ ਸੋਹਣੇ ਗੁਰਸਿੱਖਾਂ ਨੂੰ ਬੁਲਾਣਾ, ਉਹ ਗੁਰਬਾਣੀ ਦੀ ਕਥਾ ਵਿਚਾਰ ਤੁਹਾਨੂੰ ਪੜ੍ਹ ਕੇ ਸੁਣਾ। ਨਿੱਤਾਂ ਪ੍ਰਤੀ ਚੰਗਾ ਹੋਵੇ ਕਿ ਜੇ ਤੁਸੀਂ ਹਰ ਰੋਜ਼
ਜੇ ਸਹਿਜ ਪਾਠ ਰੱਖਿਆ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਤੇ ਸੱਦ ਦੀ ਕਥਾ ਹੋਵੇ, ਰੋਜ਼ ਦੀ ਇੱਕ ਪੌੜੀ, 6 ਪੌੜੀਆਂ ਨੇ, ਤੇ ਆਰਾਮ ਨਾਲ ਤੁਸੀਂ 6-7 ਦਿਨਾਂ ਦੇ ਵਿੱਚ ਰੋਜ਼ਾਨਾ ਕਥਾ ਜਿਹੜੀ ਹੈ ਗੁਰਬਾਣੀ ਦੀ ਸੁਣ ਸਕਦੇ ਹੋ। ਸੋ ਗੁਰੂ ਪਾਤਸ਼ਾਹ ਜੀ ਨੇ ਇੱਥੇ ਲਿਖਿਆ ਹੈ ਕਿ ਭਾਈ ਰੋਵਣ ਪਿੱਟਣ ਮੋਇਆਂ ਨੂੰ ਵੈਣ ਅਲਾਹਣ ਧੂਮ ਮਚਾਈ, ਭਾਈ ਗੁਰਦਾਸ ਜੀ। ਸਾਧ ਸੰਗਤ ਸੱਚ ਸੁਹੇਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਪਰ ਕੋਈ ਵਿਰਲਾ ਹੈ ਜਿਹੜਾ ਸਾਧ ਸੰਗਤ ਕਰਦਾ ਆਪਣੇ ਘਰ ਦੇ ਵਿੱਚ ਤੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈਗਾ। ਸੋ ਅੱਗੇ ਪੁਆਇੰਟ ਹੈਗਾ ਤੀਜੇ ਪੁਆਇੰਟ ਵਿੱਚ ਕਿ ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਵੀ ਸੰਸਕਾਰ ਨਾ ਚਾਹੀਏ। ਛੋਟੀ ਤੋਂ ਛੋਟੀ ਉਮਰ ਦਾ, ਰਹਿਤ ਮਰਿਆਦਾ ਕਲੀਅਰ ਲਿਖਿਆ ਹੋਇਆ। ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨਾ। ਜਿੱਥੇ ਮੰਨ ਲਈਏ ਕਿ ਲੱਕੜਾਂ ਇਤਿਆਦਿਕ ਦਾ ਪ੍ਰਬੰਧ ਨਹੀਂ ਹੈ ਤੇ ਦੇਹ ਨੂੰ ਸਾਂਭਣਾ ਹੈਗਾ ਤਾਂ ਤੁਸੀਂ ਜਲ ਪ੍ਰਵਾਹ ਵੀ ਕਰ ਸਕਦੇ ਹੋ, ਤੁਸੀਂ ਦਫਨਾ ਵੀ ਸਕਦੇ ਹੋ। ਗੁਰਬਾਣੀ ਇਸ ਭਰਮ ਜਾਲ ਵਿੱਚ ਨਹੀਂ ਹੈ ਕਿ ਸੰਸਕਾਰ ਕਰਨ ਨਾਲ ਹੀ ਮੁਕਤੀ ਮਿਲੇਗੀ ਜਾਂ ਜਲ ਪ੍ਰਵਾਹ ਕਰਨ ਨਾਲ ਮੁਕਤੀ ਮਿਲੇਗੀ ਜਾਂ ਦਫਨਾਉਣ ਨਾਲ ਤੁਹਾਨੂੰ ਦੋਜਕ ਮਿਲੇਗਾ। ਗੁਰਬਾਣੀ ਦਾ ਐਸਾ ਕੋਈ ਵਿਚਾਰ ਨਹੀਂ। ਕਿਉਂ? ਕਿਉਂਕਿ ਗੁਰਬਾਣੀ ਕਹਿੰਦੀ ਹੈ ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਐ, ਇੱਕ ਵੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਠੀਕ ਹੈ, ਇਹ ਕੋਈ ਪਤਾ ਨਹੀਂ ਹੈ ਕਿ ਮਨੁੱਖ ਜਿਹੜਾ ਹੈ ਉਹ ਮਰਨ ਤੋਂ ਬਾਅਦ ਕਿਸ ਥਾਂ ਤੇ ਜਾਂਦਾ, ਕੇਵਲ ਸਰੀਰ ਨੂੰ ਸਾਂਭਣ ਦੀ ਪ੍ਰਕਿਰਿਆ ਹੈ। ਬੜੀ ਪਿਆਰੀ ਸਾਖੀ ਆਉਂਦੀ ਹੈ, ਭਾਈ ਮਰਦਾਨੇ ਨਾਲ ਬਚਨ ਹੋਇਆ, ਮਰਦਾਨਿਆਂ ਤੈਨੂੰ ਮੋਇਆ ਅਸੀਂ ਕਿਹੜਾ ਦਾਗ ਦਈਏ। ਅੰਤਿਮ ਜਦੋਂ ਸਵਾਸਾਂ ਤੇ ਮਰਦਾਨਾ, ਉਦੋਂ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ। ਤਾਂ ਮਰਦਾਨੇ ਨੇ ਕਿਹਾ ਤੇਰੇ ਸ਼ਬਦ ਕਰ ਮੇਰੇ ਵਿੱਚ ਦੇ ਅਭਿਮਾਨ ਦੂਰ ਹੋ ਗਿਆ। ਹੁਣ ਮੈਨੂੰ ਬਾਬਾ ਦੇਹ ਨਾਲ ਪਿਆਰ ਨਹੀਂ ਹੈ ਕਿਉਂਕਿ ਇੰਨਾ ਚਿਰ 47 ਸਾਲ ਰਬਾਬ ਵਜਾ ਕੇ ਸ਼ਬਦ ਤੇਰੇ ਕੋਲੋਂ ਸਿੱਖਿਆ, ਗਿਆਨ ਸਿੱਖਿਆ, ਹਰ ਮੈਂ ਆਪ ਨੂੰ ਦੇਹ ਦਾ ਸਾਖੀ ਜਾਤਾ ਹੈ। ਸੋ ਜਿਵੇਂ ਤੁਹਾਡੀ ਇੱਛਾ ਹੋਵੇ ਦਾਗ ਦੇਵੋ, ਤੁਹਾਡੀ ਆਪਣੀ ਮਰਜ਼ੀ ਹੈ। ਤਾਂ ਬਚਨ ਹੋਇਆ ਤੇਰੀ ਮਣੀ ਬਣਾ ਕੇ ਜਗਤ ਤੋਂ ਪੁਜਾਈਏ। ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੇ। ਤਾਂ ਮਰਦਾਨੇ ਨੇ ਕਿਹਾ ਸਰੀਰ ਦੀ ਮਣੀ ਵਿੱਚੋਂ ਕੱਢਦੇ ਹੋ ਫਿਰ ਪੱਥਰਾਂ ਦੀ ਮਣੀ ਵਿੱਚ ਪਾ ਦਿੰਦੇ ਹੋ। ਫਿਰ ਜਿਹੜਾ ਮਰਦਾਨੇ ਨੇ ਵੀ ਕਿਹਾ ਕਿ ਕਿੱਥੇ ਤੁਸੀਂ ਸਰੀਰ ਦੀ ਮੜੀ ਚੋਂ ਮੁਕਤ ਕਰਕੇ ਫਿਰ ਪੱਥਰਾਂ 'ਚ ਮੈਨੂੰ ਕੈਦ ਕਰਨ ਲੱਗੇ ਹੋ। ਤਾਂ ਬਾਬੇ ਕਿਹਾ ਤੁਧ ਬ੍ਰਹਮ ਨੂੰ ਪਛਾਤਾ ਹੈ, ਤੂੰ ਬ੍ਰਾਹਮਣ ਹੋਇਆ ਹੈ। ਬ੍ਰਹਮ ਨੂੰ ਪਛਾਣਨ ਵਾਲਾ ਬ੍ਰਾਹਮਣ, ਕਿਉਂਕਿ ਬਾਬਾ ਜਾਤ ਕਰਕੇ ਬ੍ਰਾਹਮਣ ਨੂੰ ਨਹੀਂ ਮੰਨਦਾ ਹੈ, ਬਾਬਾ ਬ੍ਰਹਮ ਨੂੰ ਪਛਾਣਨ ਕਰਕੇ ਜਿਹੜਾ ਹੈ ਉਹ ਬ੍ਰਾਹਮਣ ਮੰਨਦਾ। ਕਹਿਣਗੇ ਤੁਧ ਬ੍ਰਹਮ ਨੂੰ ਪਛਾਤਾ ਹੈ, ਤੂੰ ਬ੍ਰਾਹਮਣ ਹੋਇਆ, ਸੋ ਤੈਨੂੰ ਜਲ ਦਾ ਦਾਗ ਦੇਵਾਂਗੇ ਅਰ ਰਾਵੀ ਨਦੀ ਵਿੱਚ ਪ੍ਰਵਾਹ ਦੇਵਾਂਗੇ। ਸੋ ਤੂੰ ਰਾਵੀ ਨਦੀ ਦੇ ਕੰਢੇ ਆਸਣ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਾ। ਤਾਂ ਮਰਦਾਨੇ ਨੇ ਆਸਣ ਜਾਏ ਮਾਰਿਆ, ਪਹਿਰ ਰਾਤ ਰਹਿੰਦੀ ਪ੍ਰਾਣ ਨਿਕਲ ਗਏ। ਤਾਂ ਅੰਮ੍ਰਿਤ ਵੇਲੇ ਬਾਬਾ ਜੀ ਕੜਾ ਕਰਕੇ ਔਰ ਸਿੱਖਾਂ ਨਾਲ ਜਾ ਕੇ ਮਰਦਾਨੇ ਦਾ ਪ੍ਰਵਾਹ ਕੀਤਾ ਔਰ ਕੜਾ ਵਰਤਾ ਦਿੱਤਾ। ਉਸ ਤੇ ਪੁੱਤਰ ਸਹਿਜ਼ਾਦੇ ਨੂੰ ਕਿਹਾ ਜੋ ਆਪਣੇ ਘਰ ਜਾਂਦੇ ਹਨ ਤਿੰਨਾਂ ਦਾ ਸ਼ੋਕ ਨਹੀਂ ਕਰੀਦਾ ਪੁੱਤਰ, ਸੋ ਤੁਸਾਂ ਮਰਦਾਨੇ ਦਾ ਸ਼ੋਕ ਨਹੀਂ ਕਰਨਾ। ਇਹ ਗਿਆਨ ਰਤਨਾਵਲੀ ਵਿੱਚ ਲਿਖਿਆ ਹੋਇਆ ਹੈ ਐਸਾ। ਸੋ ਇੱਥੇ ਸਾਫ਼ ਹੈਗਾ ਕਿ ਜੋ ਰਹਿਤ ਮਰਿਆਦਾ ਹੈ ਉਹ ਸਰੀਰ ਦੀ ਛੇਤੀ ਤੋਂ ਛੇਤੀ ਸੰਭਾਲ ਦੀ ਗੱਲ ਕਰ ਰਹੀ ਹੈ। ਠੀਕ ਹੈ, ਅੱਗੇ ਲਿਖਿਆ ਸੰਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। ਬਹੁਤ ਸਾਰੇ ਲੋਕ ਦਿਨ ਰਾਤ ਦਾ ਭਰਮ ਕਰਦੇ ਨੇ, ਸੋ ਦਿਨ ਅਤੇ ਰਾਤ ਦਾ ਕੋਈ ਭਰਮ ਸਾਡੇ ਜਿਹੜਾ ਹੈ ਉਹ ਨਹੀਂ ਹੈਗਾ। ਤੇ ਅੱਗੇ ਲਿਖਿਆ ਜੀ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਠੀਕ ਹੈ, ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ, ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ, ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਦੇਖੋ ਕਿ ਗੁਰੂ ਪੰਥ ਕਿੰਨਾ ਸਿਆਣਾ ਹੈ। ਇਹ ਇੱਥੇ ਲਿਖਿਆ ਵੀ ਮ੍ਰਿਤਕ ਪ੍ਰਾਣੀ ਨੂੰ ਸਵੱਛ ਵਸਤਰ ਪਾਏ ਜਾਣ, ਕੋਈ ਨਵੇਂ ਦੀ ਗੱਲ ਹੀ ਨਹੀਂ। ਤੇ ਸਾਡੇ ਵਹਿਮ ਬਣਿਆ ਹੋ ਜੀ ਨਵੇਂ ਵਸਤਰ ਖਰੀਦ ਕੇ ਲਿਆਓ ਤੇ ਫਿਰ ਪਾਓ, ਤੇ ਜਿਨ੍ਹਾਂ ਵਿਚਾਰਿਆਂ ਦਾ ਕੋਈ ਨਹੀਂ ਹੁੰਦਾ
ਉਹ ਕਿੱਥੋਂ ਵਸਤਰਾਂ ਦਾ ਪ੍ਰਬੰਧ ਕਰੇ ਕਿ ਉਹਨੂੰ ਸਦਗਤੀ ਪ੍ਰਾਪਤ ਨਹੀਂ ਹੋਈ। ਤੇ ਬਹੁਤ ਛੋਟੇ ਛੋਟੇ ਭਰਮ ਜ਼ਿੰਦਗੀ ਵਿੱਚ ਜੁੜੇ ਹੋਏ। ਤੇ ਕਕਾਰ ਜੁਦਾ ਨਾ ਕੀਤੇ ਜਾਣ, ਜਿਹੜੇ ਕਕਾਰ ਹੋਣ ਉਹ ਨਾਲ ਹੀ ਜਿਹੜਾ ਪਵਾਏ ਜਾਣ। ਤੇ ਚਲਾਣੇ ਦਾ ਅਰਦਾਸਾਂ ਘਰੋਂ ਸੋਧਿਆ ਜਾਏ, ਸਿੱਧਾ ਸ਼ਮਸ਼ਾਨ ਭੂਮੀ ਲੈ ਜਾਇਆ ਜਾਏ। ਕੋਈ ਇੱਥੇ ਮ੍ਰਿਤਕ ਸਰੀਰ ਨੂੰ ਗੁਰਦੁਆਰੇ ਲਿਜਾ ਕੇ ਮੱਥਾ ਉਚੇਚੇ ਟਿਕਾਣ ਦੀ ਗੱਲ ਜਿਹੜੀ ਹੈ ਉਹ ਰਹਿਤ ਮਰਿਆਦਾ ਵਿੱਚ ਨਹੀਂ ਆਉਂਦੀ ਹੈਗੀ। ਇਹ ਬਹੁਤ ਸਾਰੇ ਲੋਕ ਜਾ ਕੇ ਫਿਰ ਗੁਰਦੁਆਰੇ ਲੈ ਕੇ ਚਲੋ ਜੀ ਮੱਥਾ ਟਿਕਾਓ, ਨਹੀਂ, ਸਿੱਧਾ ਹੀ ਹੈ ਚਲਾਣੇ ਦਾ ਅਰਦਾਸਾ ਸੋਧਿਆ ਜਾਏ ਤੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਏ, ਪਰ ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਏ। ਸ਼ਬਦ ਗੁਰਬਾਣੀ ਦਾ ਜਿਹੜਾ ਗਾਇਨ ਕਰਨਾ ਹੈ ਉਹ ਜ਼ਰੂਰ ਕੀਤਾ ਜਾਏ। ਇਸ ਦੇ ਨਾਲ ਹੈ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ, ਫਿਰ ਸਰੀਰ ਨੂੰ ਅਗਨੀ ਭੇਟ ਕਰਨੀ ਅਰਦਾਸਾ ਸੋਧਿਆ ਜਾਏ। ਜਾ ਕੇ ਉੱਥੇ ਚਿਖਾ ਰਚ ਦਿੱਤੀ, ਫਿਰ ਅਰਦਾਸਾ ਸੋਧਣਾ ਸ਼ਬਦਾਂ ਤੋਂ ਬਾਅਦ ਜਿਹੜੇ ਸ਼ਬਦ ਗਾਇਨ ਕਰ ਰਹੇ ਹੈਗੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦ ਅਗਨੀ ਲਾ ਦੇਵੇ। ਇੱਥੇ ਬਿਲਕੁਲ ਸਾਫ਼ ਲਿਖਿਆ ਹੋਇਆ ਹੈਗਾ ਕਿ ਅਰਦਾਸਾ ਸੋਧਿਆ ਜਾਏ। ਹਾਂ, ਜਿੰਨਾ ਚਿਰ ਚਿਖਾ ਤਿਆਰ ਹੋ ਰਹੀ ਹੈ ਤੁਸੀਂ ਬਾਣੀ ਦਾ ਕਿਸੇ ਦਾ ਵੀ ਪਾਠ ਕਰ ਸਕਦੇ ਹੋ। ਆਮ ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਹੁੰਦਾ ਹੈਗਾ, ਜਾਂ ਵੈਰਾਗਮਈ ਸ਼ਬਦਾਂ ਦਾ ਤੁਸੀਂ ਪਾਠ ਕਰ ਸਕਦੇ ਹੈਗੇ ਹੋ। ਤੇ ਉਸ ਤੋਂ ਬਾਅਦ ਅਰਦਾਸਾ ਸੋਧਿਆ ਜਾਏ। ਤੇ ਇੱਥੇ ਵੇਖੋ ਲਿਖਿਆ ਹੈ ਕਿ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ, ਪੁੱਤਰ ਅਗਨੀ ਭੇਟ ਕਰੇ ਜਾਂ ਕੋਈ ਹੋਰ ਸੰਬੰਧੀ, ਮਤਲਬ ਧੀ ਵੀ ਜਿਹੜਾ ਹੈ ਉਹ ਅਗਨ ਭੇਟ ਕਰ ਸਕਦੀ ਹੈ ਆਪਣੇ ਮਾਤਾ ਪਿਤਾ ਨੂੰ। ਐਸਾ ਵਹਿਮੀ ਲੋਕਾਂ ਵੱਲੋਂ ਜਿਹੜਾ ਮੰਨਿਆ ਜਾਂਦਾ ਸੀ ਕਿ ਇਸਤਰੀਆਂ ਸ਼ਮਸ਼ਾਨ ਘਾਟ 'ਚ ਨਾ ਜਾਣ ਜਾਂ ਉਹ ਸੰਸਕਾਰ ਨਹੀਂ ਕਰ ਸਕਦੀਆਂ, ਸੋ ਐਸਾ ਸਿੱਖ ਧਰਮ ਵਿੱਚ ਨਹੀਂ ਹੈ। ਕੋਈ ਹੋਰ ਸੰਬੰਧੀ ਵੀ ਜਿਹੜਾ ਹੈ ਉਹ ਸੰਸਕਾਰ ਜਿਹੜਾ ਹੈ ਉਹ ਕਰ ਸਕਦਾ ਹੈਗਾ। ਸੰਗਤ ਕੁਛ ਦੂਰੀ ਤੇ ਬਹਿ ਕੇ, ਕੁਛ ਵਿੱਥ ਤੇ ਬਹਿ ਕੇ ਚਿਖਾ ਤੋਂ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕਪਾਲ ਕਿਰਿਆ ਆਦਿ ਕਰਨਾ ਮਨਮਤ ਹੈ। ਕੀਰਤਨ ਸੁਹੇਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਘਰ ਮੁੜ ਆਵੇ। ਸੋ ਉੱਥੇ ਇੱਕਦਮ ਫਿਰ ਕੀ ਹੁੰਦਾ ਹੈ, ਸੰਗਤ ਤੇ ਦੂਰੀ ਤੇ ਆ ਕੇ ਬਹਿ ਜਾਂਦੀ ਹੈ, ਪਰ ਬ੍ਰਾਹਮਣ ਇਤਿਆਦਿਕ ਦੇ ਕਹਿਣ ਤੇ ਜਾਂ ਕੁਝ ਲੋਕਾਂ ਦੇ ਕਹਿਣ ਤੇ ਉਹਦਾ ਪੁੱਤਰ ਉੱਥੇ ਖਲੋਤਾ ਰਹਿੰਦਾ ਤੇ ਕੁਝ ਚਿਰ ਬਾਅਦ ਜਦੋਂ ਅੰਗੀਠਾ ਬਲ ਉੱਠਦਾ ਫਿਰ ਕਪਾਲ ਕਿਰਿਆ ਕਰਾ ਦਿੰਦੇ ਨੇ। ਕਪਾਲ ਕਿਰਿਆ ਕੀ ਹੁੰਦੀ ਹੈ? ਇੱਕ ਡੰਡਾ, ਇੱਕ ਬਾਂਸ ਸਿਰ ਦੇ ਵਿੱਚ ਮਾਰਨਾ। ਤੋ ਇਹ ਜਿਹੜਾ ਹੈ ਇਹ ਸਾਡਾ ਕੋਈ ਨਿਯਮ ਨਹੀਂ ਹੈ ਰਹਿਤ ਮਰਿਆਦਾ ਦਾ। ਰਹਿਤ ਮਰਿਆਦਾ ਵਿੱਚ ਕੋਈ ਅੰਕਿਤ ਨਹੀਂ ਹੈਗਾ, ਇਹ ਸਨਾਤਨ ਲੋਕਾਂ ਦਾ ਹੈਗਾ। ਔਰ ਕਪਾਲ ਕਿਰਿਆ ਇਤਿਆਦਿਕ ਜਿਹੜੀ ਹੈ ਉਹ ਹਿੰਦੂਆਂ ਦੇ ਵਿੱਚ ਹੈਗੀ ਹੈ ਤੇ ਉਹ ਲੋਕ ਸਿਰ ਦੇ ਵਿੱਚ ਡੰਡਾ ਮਾਰਦੇ ਨੇ। ਸੋ ਐਸਾ ਕਰਨਾ ਬਿਲਕੁਲ ਵੀ ਮਨਮਤ ਹੈਗਾ, ਇਹ ਸਾਡੇ ਨਹੀਂ ਕਰਨਾ ਹੈਗਾ। ਤੇ ਕੀਰਤਨ ਸੋਹਲੇ ਦਾ ਪਾਠ ਕਰਨਾ ਹੈਗਾ। ਉਸ ਤੋਂ ਬਾਅਦ ਫਿਰ ਅਰਦਾਸ ਕਰਨੀ ਹੈ ਸ਼ਮਸ਼ਾਨ ਘਾਟ ਦੇ ਵਿੱਚ, ਫਿਰ ਵਾਪਸ ਆ ਜਾਣਾ ਹੈਗਾ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਿਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ। ਹੁਣ ਦੇਖੋ ਇੱਥੇ ਘਰ ਵਾਪਸ ਆ ਗਏ ਤਾਂ ਉੱਥੇ ਲਿਖਿਆ ਵੀ ਘਰ ਆ ਕੇ ਪ੍ਰਾਣੀ ਦੇ ਨਿਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਜਾਏ, ਭਾਵੇਂ ਗੁਰਦੁਆਰੇ ਤੇ ਭਾਵੇਂ ਘਰ। ਤੁਸੀਂ ਉਸੇ ਦਿਨ ਪਾਠ, ਸਹਿਜ ਪਾਠ ਜਾਰੀ ਹੋਣਾ ਚਾਹੀਦਾ। ਹੁਣ ਕੀ ਹੈ, ਹੁਣ ਅਸੀਂ ਅਲਾਣੀਆਂ ਦਾ ਪਾਠ ਗੁਰਦੁਆਰੇ ਜਾ ਕੇ ਕਰਦੇ ਹਾਂ ਤੇ ਪ੍ਰਸ਼ਾਦ ਵਰਤਾ, ਫਿਰ ਘਰ ਆ ਕੇ ਫਿਰ ਅਸੀਂ ਸੋਚਦੇ ਕੋਈ ਨਹੀਂ, ਇੱਕ ਦੋ ਦਿਨ ਬਾਅਦ ਆਰਾਮ ਨਾਲ ਪਾਠ ਰੱਖਾ ਲਾਂਗੇ। ਇੱਥੇ ਨਹੀਂ, ਉਸੇ ਦਿਨ ਪਾਠ ਰੱਖਣ ਦੀ ਗੱਲ ਹੈ। ਸਹਿਜ ਪਾਠ ਜਾਰੀ ਕਰ ਦਿੱਤਾ ਜਾਏ ਤਾਂ ਕਿ ਘਰ ਵਿੱਚ ਕੋਈ ਆਏ ਤੇ ਰੋਣਾ ਪਿੱਟਣਾ ਸਿਆਪਾ ਨਾ ਹੋਵੇ। ਸਹਿਜ ਪਾਠ ਵਿਚਾਰ ਕੇ ਰੋਜ਼ਾਨਾ ਬਾਣੀ ਪੜ੍ਹਦਿਆਂ ਹੋਇਆਂ ਜਿਹੜਾ ਹੈ ਉਹ ਸੰਗਤ ਬੈਠੇ ਤੇ ਪਾਠ ਸੁਣੇ। ਤੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ, ਪਾਓ 10ਵੇਂ ਦਿਨ ਭੋਗ ਪਾਇਆ ਜਾਏ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਏ। ਤੁਸੀਂ ਪਾਠ ਰੱਖ ਦਿਓ, ਜਦੋਂ ਫੇਰ ਭੋਗ ਪਾਣਾ ਹੈ ਉਦੋਂ ਕਿਸੇ ਵੀ ਦਿਨ ਤੁਸੀਂ ਭੋਗ ਪਾ ਸਕਦੇ ਹੋ। ਆਪਣੀਆਂ ਗੱਲਾਂ ਬਾਤਾਂ ਸਾਂਝ ਬਣਾਉਣੀ ਹੈ, ਪਰਿਵਾਰਕ ਰਿਸ਼ਤੇਦਾਰਾਂ ਨੂੰ ਬੁਲਾਣਾ ਹੈ, ਸੰਬੰਧੀਆਂ, ਫਿਰ ਤੁਸੀਂ ਉਹ ਸੋਖ ਹੈ ਸਹਿਜ ਪਾਠ ਸਾਹਿਬ ਜੀ ਦੀ, ਜਦੋਂ ਮਰਜ਼ੀ ਭੋਗ ਪਾ ਲਓ, ਕੋਈ ਪਾਬੰਦੀ ਨਹੀਂ।
पर पाठ उसे दिन रख देना चाहिए। इस पाठ के करन विच घर वाले ते संबंधी रल के हिस्सा लैण। जे हो सके तो हर रोज़ रात नूं कीर्तन होवे। दशहरे दे पिछों चलाने की कोई रस्म बाकी नहीं रहिंदी। देखो क्लीयर लिखिआ, ये सारे टब्बर दे जी रल के, धीआं पुत्तर ਨੂੰਹਾਂ सारे रल के पाठ करन। ते वो तदे कर सकते जे आउंदा होएगा पाठ, जे उन्होंने गुरमुखी विद्या सिੱਖੀ होएगी। ते दूजी गल ये है कि कीर्तन होवे, जे हो सके तो रोजाना रात नूं कीर्तन कथा होवे। ये बड़ा जरूरी है। ये गुरबाणी दी विचार सुननी ते वाहिगुरू दी रजा विच लैके आना। जिवें आपां विचार चुके हैं कि साडे इस तरह का कोई वहम भरम नहीं है कि हिंदुआं दे विच तां किते शूदर दे घर 10 दिन, वैस दे घर 13 दिन, खत्रियां दे 13 दिन, वैस दे घर 17 दिन, ब्राह्मण दे घर 12 दिन सोग रहिंदा है। पर गुरु पंथ ने गुरुकियां नूं स्वतंत्र कर दिता है। इत्थे कोई सोग वाली गल जिहड़ा है वो नहीं हैगी है, दिनां दी कोई गल नहीं है। सो याद रखो कि अगे जिहड़ा पॉइंट हैगा कि मृतक प्राणी का अंगीठा ठंडा होने ते, जदों भी वो ठंडा हो गया, भावें उस दिन शाम तक हो गया, भावें वो अगले दिन हो गया, कोई ये नहीं है कि 2-3 दिन जिहड़ा है वो ला दिंदे नहीं, जदों भी वो ठंडा हो जाए, सारी देह भस्म अस्थियां समेत उठा के जल प्रवाह कर दी जाए। हुण इत्थे लिखा है सारी देह दी भस्म अस्थियां समेत उठा के जल प्रवाह कर दी जाए। इत्थे फुल चुगण की कोई उचेची गल नहीं आई है कि विचों विचों फुल चुक के फिर वो घड़े च पा के फिर हरिद्वार पतालपुरी लैके जाना। सारी भस्म नूं इकट्ठे करना है ते नेड़े दी नदी विच जल प्रवाह कर दिओ, जां उत्थे ही दब के जमीन बराबर कर दी जाए। ठीक है, किसी खेत इत्यादि कोई दब के जमीन नूं बराबर कर दिओ। संस्कार स्थान ते मृतक प्राणी की यादगार बनाना मना है। किसी दी मणि इत्यादिक बनाना वो गुरमत अनुसार नहीं। चंगा होवे, एक थां ते मैं हुणे ही कल परसों ही वीडियो देख रहा सी, पंजाब दे विच किसी ने पाई कि एक पिंड ते सरपंच साहब सी जो कई साल तो निर्विरोध चुने जा रहे सी, उन्हां दा संस्कार होया। उन्हां दे पुत्तरां ने टब दे विच सारा ਜਿਹੜੀ ਭਸਮ ਸੀ ਉਹ ਇਕੱਠੀ ਕੀਤੀ ਔਰ ਉਹ ਕਹਿੰਦੇ ਨੇ ਵੀ ਅਸੀਂ ਆਪਣੇ ਖੇਤ ਦੇ ਵਿੱਚ ਇਹਨੂੰ ਜ਼ਮੀਨ ਦੱਬ ਕੇ ਬਰਾਬਰ ਕਰ ਦੇਣੀ। ਦੂਜੀ ਗੱਲ ਉਹਨਾਂ ਨੇ ਕਿਹਾ ਵੀ ਕੋਈ ਅਸੀਂ ਰਿਸ਼ਤੇਦਾਰ ਫੁੱਲ ਜਿਹੜਾ ਹੈ ਉਹ ਚੁਗਣ ਦੀ ਜਿਹਨੂੰ ਰਸਮ ਲੋਕ ਕਹਿੰਦੇ ਨੇ ਉਹ ਤੇ ਕੋਈ ਨਹੀਂ ਬੁਲਾਇਆ। ਅਸੀਂ ਕਿਹਾ ਜੀ ਅਸੀਂ ਅੰਗੀਠੇ ਦੀ ਸੰਭਾਲ ਕਰਨੀ ਹੈ ਬਸ, ਕਿ ਵੀ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਨੇ ਸਾਰਿਆਂ ਨੂੰ ਇਕੱਠੇ ਕਰਦੇ। ਕਹਿੰਦੇ ਨਹੀਂ, ਸਿਰਫ ਟੱਬਰ ਦੇ ਜੀ ਸੀ और वो कहते भी असी अपने खेत विच इहनूं भस्म नूं टोए पुट के दब देंगे, इहदे उत्ते असी एक बूटा लाना ते वो बूटे नूं असी पानी देंगे, जल देंगे, इहनूं सिंचांगे, वड्डा करांगे। कहते वो जिवें साडे पिंड दा सरपंच लोकां दी सेवा करदा सी, कहते फिर ये बूटा लोकां दी सेवा करे। तो पहले जमाने विच इह हुंदा सी, कोई प्यारा चढ़ाई कर जांदा उहदे नां दा एक दरख्त लाया जाता सी, एक बूटा लाया जाता सी ते वो दरख्त वड्डा हुंदा सी, नाले परिवार वालियां नूं जिहड़ा है वो वेख के एक अपने जी दी याद आउंदी सी ते दूजा वो दरख्त लोकां दी सेवा वास्ते हुंदा सी। किसी ने छां, किसी ने फल लैणे हैं, उहदे टाणे किसी दे काम आने। तो ये सानूं एक बूटा अपने प्यारे दी याद विच लगाना जरूरी चाहिदा है। तो इत्थे तो सानू गुरु साहब जी ने बिल्कुल मणियां मसाणा तो मुक्त किया है कि दुबदा ना पढ़ो हर बिन होर ना पूजो मणे मसाण ना जाई। जिवें गुरु साहब कहते ने पूर्ण प्रेम प्रतीत सजै ब्रत गोड़ मणि मठ भूल ना माने। अगे है जी अध मार्ग स्यापा फूड़ी दीवा पिंड क्रिया श्राद बुढ़ा मरना आदि करना मनमत है। ये सारे सनातन दे जिहड़े ने ये सनातन धर्म विच आंदे ने, वो लोग इस तरह करते हैं। ये अधमार्ग करना, स्यापा करना, फूड़ी करना, दीवा जगाना, पिंड भरने जौआं दे आटे दे, ये श्राद्ध करने ते बुढ़ा मरना, ये सारे कर्म जिहड़े ने ये मनमत दे कर्म ने। अंगीठे विचों फुल चुक के गंगा
ਪਾਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣਾ ਮਨਮਤ ਹੈਗਾ। ਠੀਕ ਹੈ। ਸੋ ਇਹ ਬਿਲਕੁਲ ਅਸੀਂ ਪਿੱਛੇ ਰਾਮਕਲੀ ਸੱਤ ਵਿੱਚ ਵੀ ਵਿਚਾਰਿਆ ਹੈਗਾ, ਔਰ ਗੁਰਮਤਿ ਦੀ ਰਹਿਣੀ ਵਿੱਚ ਵੀ ਅਸੀਂ ਸ਼ਰਾਧਾਂ ਬਾਰੇ ਜ਼ਿਕਰ ਕੀਤਾ ਹੈਗਾ ਕਿ ਸਾਡੇ ਕੋਈ ਸ਼ਰਾਧ ਨਹੀਂ ਹੈ। ਸਾਡੇ ਤਾਂ ਗੁਰੂ ਬਾਬੇ ਨੇ ਬਿਲਕੁਲ ਸਾਫ਼ ਕਿਹਾ ਵੀ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਏ। ਸੋ ਇਸ ਤੋਂ ਅੱਗੇ ਜਦੋਂ ਅਸੀਂ ਇਹਨੂੰ ਵੇਖਦੇ ਹਾਂ, ਵਿਚਾਰਦੇ ਹਾਂ, ਤੇ ਇਹ ਸੀ ਜੋ ਮ੍ਰਿਤਕ ਸੰਸਕਾਰ ਦੇ ਸੰਬੰਧ ਵਿੱਚ ਸੀਗਾ। ਕੁਝ ਹਿਦਾਇਤਾਂ ਸੀ, ਕੁਝ ਕਰਨ ਵਾਸਤੇ ਕਿਹਾ ਗਿਆ ਸੀਗਾ। ਤੇ ਇੱਥੇ ਇੱਕ ਹੈਡਿੰਗ ਹੋਰ ਮਿਲਦਾ ਹੈ ਰਹਿਤ ਮਰਿਆਦਾ ਵਿੱਚ ਇਹਨਾਂ ਤੋਂ ਬਾਅਦ, ਇਹਨਾਂ 3 ਸੰਸਕਾਰਾਂ ਤੋਂ ਬਾਅਦ, ਕਿ ਹੋਰ ਰੀਤੀਆਂ। 4 ਨੰਬਰ ਪੁਆਇੰਟ ਹੈ ਹੋਰ ਰੀਤੀਆਂ। ਇਹਨੂੰ ਵੀ ਮੈਂ ਪੜ੍ਹਦੇ ਹਾਂ ਤਾਂ ਕਿ ਇਹ ਤੋਂ ਜਿਹੜਾ ਹੈ ਉਹ ਪ੍ਰੇਰਨਾ ਮਿਲ ਸਕੇ। ਰਹਿਤ ਮਰਿਆਦਾ ਵਿੱਚ ਲਿਖਿਆ ਕਿ ਇਹਨਾਂ ਸੰਸਕਾਰਾਂ ਤੋਂ ਛੁੱਟ ਸਮੇਂ-ਸਮੇਂ ਜੋ ਵੀ ਖੁਸ਼ੀ ਗਮੀ ਦਾ ਸਮਾਂ ਆਣ ਬਣੇ, ਜਿਵੇਂ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਮੰਦਰਸੇ ਪਾਉਣਾ ਆਦਿ, ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾਂ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸ ਹੈ। ਠੀਕ ਹੈ ਜੀ। ਸੋ ਇਹ ਗੁਰਮਤਿ ਦੀ ਰਹਿਣੀ ਦੇ ਵਿੱਚੋਂ ਪੁਆਇੰਟ ਸੀਗਾ, ਚੌਥਾ ਸਿਰਲੇਖ, ਕਿ ਕੋਈ ਵੀ ਕਾਰਜ ਕਰਨਾ ਹੈਗਾ, ਮੰਨ ਲਓ ਦੁਕਾਨ ਖੋਲਣੀ ਹੈ, ਮੰਨ ਲਓ ਬਾਲਕ ਨੂੰ ਮੰਦਰਸੇ ਪਾਉਣਾ, ਸਕੂਲ ਪਾਉਣਾ ਜਦੋਂ ਬੱਚੇ ਨੂੰ, ਤਾਂ ਵੀ, ਤੇ ਹੋਰ ਕੋਈ ਕਾਰਜ ਕਰਨਾ ਹੈ, ਤੇ ਅਸੀਂ ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਸ ਵਿਸ਼ਵਾਸ ਅਨੁਸਾਰ ਗੁਰੂ ਚਰਨਾਂ ਵਿੱਚ ਅਸੀਂ ਅਰਦਾਸ ਕਰਨੀ ਹੈ ਅਤੇ ਗੁਰਬਾਣੀ ਦਾ ਪਾਠ ਕਰਨਾ। ਇਹ ਸਾਰੇ ਜ਼ਰੂਰੀ ਕਾਰਜ ਸਿੱਖ ਦੇ ਕਾਰਜਾਂ ਦਾ ਅੰਗ ਹੈਗਾ। ਸੋ ਅੱਜ ਅਸੀਂ ਮ੍ਰਿਤਕ ਸੰਸਕਾਰ ਦੇ ਵਿੱਚੋਂ ਇਹ ਵਿਚਾਰਾਂ ਜਿਹੜੀਆਂ ਨੇ ਸੰਗਤ ਦੇ ਸਾਹਮਣੇ ਰੱਖੀਆਂ। ਹਾਂਜੀ ਵੀਰ ਜੀ, ਜੋ ਆਪ ਜੀ ਨੇ ਭਾਈ ਮਰਦਾਨੇ ਵਾਲੀ ਸਾਖੀ ਸੁਣਾਈ ਹੈ, ਇਹ ਕਿਹੜੀ ਬੁੱਕ ਹੈਗੀ? ਗਿਆਨ ਕੀ ਨਾਮ ਹੈ ਇਹਦਾ? ਇਹ ਗਿਆਨ ਰਤਨਾਵਲੀ ਦੇ ਵਿੱਚ ਲਿਖਿਆ ਹੈ। ਵੀਰ ਜੀ ਕਿਹੜੇ ਲਿਖਾਰੀ ਦੁਆਰਾ ਲਿਖੀ ਹੋਈ ਹੈ ਤੇ ਕਿਹੜੇ ਪੀਰੀਅਡ ਦੀ ਲਿਖੀ ਸੀ? ਇਹ ਜਿਹੜੀ ਗਿਆਨ ਰਤਨਾਵਲੀ ਹੈਗੀ ਹੈ ਜੀ, ਇਹਦੇ ਵਿੱਚੋਂ ਤੁਹਾਨੂੰ ਤੁਸੀਂ ਦੇਖੋਗੇ ਕਿ ਵੈਸੇ ਤਾਂ ਇਹ ਗੱਲਾਂ ਜੋ ਇਹਦੀ ਸ਼ਬਦਾਵਲੀ ਹੈਗੀ ਹੈ, ਇਹਦੇ ਵਿੱਚ ਤੁਸੀਂ ਜਨਮ ਸਾਖੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੋਲ ਤੁਹਾਨੂੰ ਮਿਲਦੇ ਹੈਗੇ ਆ। ਬਾਕੀ ਗਿਆਨ ਰਤਨਾਵਲੀ ਦਾ ਟੀਕਾ ਜਿਹੜਾ ਹੈ ਉਹ 45 ਨੰਬਰ ਪੌੜੀ ਦਾ, ਕਿਉਂਕਿ ਇਹਦੀ ਕਾਵ ਰਚਨਾ ਦੇ ਵਿੱਚ ਲਿਖੀ ਹੋਈ ਹੈਗੀ ਹੈ, ਤੇ ਇਹਦਾ 45 ਨੰਬਰ ਪੌੜੀ ਦੇ ਵਿੱਚ ਇਹ ਲਿਖਿਆ ਹੋਇਆ। ਪਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਇਹ ਕੋਈ ਨਹੀਂ ਹਵਾਲਾ ਦਿੱਤਾ ਕਿ ਇਹ ਇਹਨਾਂ ਵੱਲੋਂ ਲਿਖੀ ਹੋਈ ਹੈਗੀ ਹੈ। ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੀ ਚੰਗੀ ਤਰ੍ਹਾਂ ਇਸ ਵਿਸ਼ੇ ਦੇ ਉੱਤੇ ਜਿਹੜੀ ਰੋਸ਼ਨੀ ਪਾ ਕੇ ਆਪ ਜੀ ਨੇ ਸਾਰੀ ਸੰਗਤ ਨੂੰ ਸਮਝਾਇਆ। ਤੇ ਕੱਲ ਫਿਰ ਆਪ ਜੀ ਨਾਲ ਇੱਕ ਨਵੇਂ ਸਵਾਲ ਨਾਲ ਅਸੀਂ ਰੂਬਰੂ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।